दया करो किछ मेहरी उपावो, डुबदे पत्थर तारे। जीड़ा अगन बराबर तपै, भीतर वगै काती। प्रणवत नानक हुक्म पछाणै, सुख होवै दिन राती। प्रणवत नानक हुक्म पछाणै, सुख होवै दिन राती। सतनाम। धन वाहिगुरू साहिब जीओ। बिरद भयो सूझै नहीं, काल पहुँच्यो आन। कहो नानक नर बावरे, क्यों न भजह भगवान। बिरद भयो सूझै नहीं, काल पहुँच्यो आन। कहो नानक नर बावरे, क्यों न भजै भगवान। ਸਾਹਿਬਾਂ ਦੀ ਮੁਕੱਦਸ ਮੁਬਾਰਕ ਖੁਸ਼ੀਆਂ ਭਰੀ ਗੋਦ ਵਿੱਚ ਸਜ ਬੈਠੇ ਸਤ ਸੰਗੀ ਜਨੋ, ਵੱਡ ਭਾਗੇ ਖਾਂ ਨਿਤਾ ਪ੍ਰਤੀ ਦੀ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਗੁਰਮੁਖ ਪਿਆਰਿਆਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਪ੍ਰੇਮ ਭਾਵਨਾ ਨਾਲ ਬੈਠ ਕੇ ਆਪ ਜੀ ਨੇ ਸਰਵਣ ਕੀਤਾ। ਸਤਿਗੁਰ ਦਾਤਾ ਰਹਿਮਤ ਕਰੇ। ਇਸੇ ਤਰ੍ਹਾਂ ਬਾਣੀ ਪੜ੍ਹਦੇ, ਬਾਣੀ ਸੁਣਦੇ ਸਾਡੀ ਜ਼ਿੰਦਗੀ ਦੀ ਰੈਣ, ਸਾਡੇ ਦਿਨ ਦੀ ਸ਼ੁਰੂਆਤ ਹੋ ਜਾਏ। ਸੋ ਆਓ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਧਰਮ ਦੀ ਚਾਦਰ ਸਤਿਗੁਰੂ ਜੀ ਦੀ ਪਾਵਨ ਬਾਣੀ ਸ਼ਲੋਕ ਮਹੱਲਾ ਨੌਵਾਂ, ਉਸ ਦਾ 4 ਨੰਬਰ ਸ਼ਲੋਕ ਆਪ ਜੀ ਨੇ ਸਰਵਣ ਕੀਤਾ। ਪਿਛਲੇ ਸ਼ਲੋਕ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਵਾਨੀ ਦੇ ਉਸ ਪਹਿਰ ਦੀਆਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਨਾਲ ਇਹ ਵੀ ਸਮਝਾਇਆ ਕਿ ਵੇਖੀ ਕਿਤੇ ਜਵਾਨੀ ਦੇ ਪੈਰ ਨੂੰ, ਕਿਤੇ ਉਮਰ ਨੂੰ, ਉਸ ਨੂੰ ਅਜ਼ਾਈ ਨਾ ਲੰਘਾ ਦੇਈ। ਪਰਮਾਤਮਾ ਦੀ ਬੰਦਗੀ ਬੜੀ ਜ਼ਰੂਰੀ ਹੈ। ਪਰਮਾਤਮਾ ਦਾ ਸਿਮਰਨ, ਰੱਬੀ ਗੁਣਾਂ ਨੂੰ ਕਮਾਉਣਾ ਬੜੀ ਜ਼ਰੂਰੀ ਹੈ। ਅਗਲੇ ਸ਼ਲੋਕ ਨੂੰ ਵਿਚਾਰਨ ਤੋਂ ਪਹਿਲਾਂ ਸਾਹਿਬਾਂ ਦੇ ਚਰਨਾਂ 'ਚ ਸੀਸ ਨਵਾਈਏ, ਪਿਆਰ ਸਤਿਕਾਰ ਅਤੇ ਅਦਬ ਦੇ ਨਾਲ ਦੋਵੇਂ ਹੱਥ ਜੋੜ ਸਤਿਗੁਰੂ ਜੀ ਦੇ ਚਰਨਾਂ 'ਚ ਨਮਸਕਾਰ ਕਰੀਏ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਆ। ਬਿਰਦ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਬਚਪਨ ਦੇ ਪੈਰ ਵਿੱਚੋਂ ਨਿਕਲ ਕੇ ਬੰਦਾ ਜਵਾਨੀ ਦੇ ਪੈਰ ਵਿੱਚ ਆਉਂਦਾ ਹੈ।
ਤੇ ਸਤਿਗੁਰ ਜੀ ਕਹਿੰਦੇ ਜਵਾਨੀ ਦੇ ਪੈਰ ਵਿੱਚੋਂ ਨਿਕਲ ਕੇ ਬੁਢੇਪੇ ਦਾ ਪੈਰ ਆ ਜਾਂਦਾ ਹੈ। ਹੁਣ ਜੋਬਨ ਹਾਰਿਆ ਤੇ ਜਰ ਆ ਗਿਆ। ਸਤਿਗੁਰੂ ਜੀ ਕਹਿੰਦੇ ਆ ਤਾਂ ਵੀ ਬੰਦੇ ਨੇ ਕਿਛ ਕੀਆ ਨਾ ਨਿੱਕਾ, ਕੁਝ ਕੀਤਾ ਹੀ ਨਹੀਂ। ਰੈਣ ਵਿਹਾਣੀ ਪਛੋਤਾਣੀ ਉੱਠ ਚੱਲੀ ਗਈ ਨਿਰਾਸ। ਜੀਵਨ ਦੇ ਵਿੱਚ ਨਿਰਾਸ਼ਤਾ ਹੈ, ਜੀਵਨ ਦੇ ਵਿੱਚ ਪਛਤਾਵਾ ਹੈ। ਪਛਤਾਵੇ ਦੇ ਹੰਝੂ ਲੈ ਬੰਦਾ ਸੰਸਾਰ ਤੋਂ ਚਲਿਆ ਜਾਂਦਾ ਹੈ। ਸਾਰੀ ਜ਼ਿੰਦਗੀ ਦਾ ਰੋਣਾ ਬੰਦੇ ਦੇ ਨਾਲ ਹੀ ਖਤਮ ਹੋ ਜਾਂਦਾ ਹੈ। ਬਜ਼ੁਰਗੀ ਦੀ ਅਵਸਥਾ ਬੰਦਾ ਸੋਚਦਾ ਹੈ ਬਚਪਨ ਚਲਾ ਗਿਆ ਕੋਈ ਬਾਤ ਨਹੀਂ, ਜਵਾਨੀ ਚਲੀ ਗਈ ਕੋਈ ਬਾਤ ਨਹੀਂ, ਬੁਢੇਪਾ ਹੈ ਰੱਬ ਨੂੰ ਧਿਆਉਣ ਦੇ ਲਈ ਮੈਂ ਰੱਬ ਨੂੰ ਧਿਆ ਲਾਂਗਾ। ਪਰ ਸਤਿਗੁਰੂ ਜੀ ਕਹਿੰਦੇ ਬੰਦਿਆ ਕੀ ਭਰੋਸਾ ਹੈ, ਹਮ ਆਦਮੀ ਖਾਂ ਇੱਕਦਮੀ ਮੁਹਲਤ ਮੌਤ ਨਾ ਜਾਣਾ। ਕਿੰਨੀਆਂ ਸੋਚਾਂ ਤੋਂ ਆਪਣੀ ਜ਼ਿੰਦਗੀ ਵਿੱਚ ਲੜਾ ਕੇ ਚੱਲ ਰਿਹਾ, ਕਿੰਨੇ ਫੁਰਨੇ ਆਪਣੇ ਮਨ ਵਿੱਚ ਬਣਾ ਕੇ ਚੱਲਦਾ ਕਿ ਮੈਂ ਆਹ ਕੰਮ ਅੱਜ ਕਰ ਲਾਂਗਾ, ਆਹ ਕੰਮ ਮੈਂ 2 ਦਿਨ ਪਿੱਛੋਂ ਕਰ ਲਵਾਂਗਾ। ਪਤਾ ਨਹੀਂ ਇਸ ਜ਼ਿੰਦਗੀ ਨੇ ਅਗਲੇ ਪਲ ਵਿੱਚ ਤੇਰੇ ਨਾਲ ਇਹਨਾਂ ਸਵਾਸਾਂ ਨੇ ਚੱਲਣਾ ਕਿ ਨਹੀਂ ਚੱਲਣਾ। ਤੂੰ ਜੁਗਤੀਆਂ ਬੜੀਆਂ ਲੰਮੀਆਂ ਲੜਾਈਆਂ। ਪਰ ਸਤਿਗੁਰੂ ਜੀ ਕਹਿੰਦੇ ਜੁਗਤੀਆਂ ਲੜਾਉਣ ਵਾਲਾ ਬੰਦਾ ਅਕਸਰ ਇਹਦੀਆਂ ਜੁਗਤੀਆਂ ਮਨ ਦੇ ਵਿੱਚ ਹੀ ਰਹਿ ਜਾਂਦੀਆਂ ਨੇ, ਕਦੀ ਵੀ ਉਹ ਪੂਰੀਆਂ ਨਹੀਂ ਹੁੰਦੀਆਂ। ਬੜੇ ਐਸੇ ਲੋਕ ਨੇ ਜਿਹੜੇ ਕਹਿੰਦੇ ਸੀ ਅੱਜ ਦਾ ਕੰਮ ਮੈਂ ਕੱਲ ਕਰਾਂਗਾ, ਕੱਲ ਦਾ ਮੈਂ ਪਰਸੋਂ ਕਰਾਂਗਾ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਟਾਲੈ ਟੋਲੈ ਦਿਨ ਗਿਆ ਵਿਆਜ ਵੜਨ ਤੋਂ ਜਾਏ। ਉਹਨਾਂ ਦੀ ਵਿਆਜ ਵੱਧਦੀ ਗਈ ਪਰ ਸਤਿਗੁਰੂ ਜੀ ਕਹਿੰਦੇ ਮਨ ਦੀਆਂ ਵੀ ਮਨ ਵਿੱਚ ਹੀ ਰਹਿ ਗਈਆਂ। ਜਿਵੇਂ ਇੱਕ ਬਚਨ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪੜ੍ਹਦੇ ਆਂ, ਮਨ ਕੀ ਮਾਹੀ ਰਹੀ ਨਾ ਹਰ ਭਜੇ। ਮਨ ਦੀ ਮਨ ਵਿੱਚ ਰਹਿ ਗਈ। ਅੱਗੇ ਕਹਿੰਦੇ ਨਾ ਹਰ ਭਜੇ, ਨਾ ਹਰੀ ਪਰਮਾਤਮਾ ਨੂੰ ਭਜਿਆ। ਭਜਣਾ ਦਾ ਅਰਥ ਜਪਣਾ ਸਿਮਰਨਾ। ਨਾ ਪਰਮਾਤਮਾ ਨੂੰ ਭਜਿਆ, ਨਾ ਹਰ ਭਜੇ ਨਾ ਹਰ ਭਜੇ ਨਾ। ਸਤਿਗੁਰੂ ਜੀ ਕਹਿੰਦੇ ਤੀਰਥ ਗਏ ਚੋਟੀ ਕਾਲ ਗਈ। ਕਾਲ ਨੇ ਐਸਾ ਜਕੜਿਆ, ਸਤਿਗੁਰੂ ਜੀ ਕਹਿੰਦੇ ਆ ਬਚ ਨਹੀਂ ਪਾਇਆ। ਕਾਲ ਸਮਝ ਲਓ ਕਿ ਮੌਤ ਨੇ ਐਸਾ ਪੇਚਾ ਇਹਦੇ ਨਾਲ ਪਾਇਆ, ਇਹਨੇ ਬੜੀ ਕੋਸ਼ਿਸ਼ ਕੀਤੀ ਕਿ ਮੈਂ ਮੌਤ ਤੋਂ ਭੱਜਾਂ। ਬੰਦਾ ਸਾਰੀ ਜ਼ਿੰਦਗੀ ਭੱਜਦਾ, ਪਤਾ ਕਿਸ ਚੀਜ਼ ਤੋਂ ਡਰਦਾ। ਇੱਕ ਤੇ ਭੱਜਣਾ ਹੁੰਦਾ ਨਾ ਮਾਇਆ ਦੇ ਪਿੱਛੇ ਦੌੜਦਾ, ਪਰ ਇੱਕ ਬੰਦਾ ਇਹ ਵੀ ਮਨ ਵਿੱਚ ਸੋਚਦਾ ਕਿ ਮੈਂ ਮੌਤ ਤੋਂ ਕਿਵੇਂ ਬਚਾਂ। ਮੌਤ ਤੋਂ ਬਚਣ ਦੇ ਵੀ ਬੰਦਾ ਤਰੀਕੇ ਲੱਭਦਾ। ਜਿਹੜਾ ਕਾਲ ਮੇਰੇ ਸਿਰ ਤੇ ਆ ਕੇ ਮੰਡਰਾ ਰਿਹਾ ਹੈ, ਜਿਸ ਨੇ ਮੈਨੂੰ ਘੇਰਾ ਪਾ ਲਿਆ ਤੇ ਰਹਿਣ ਇੱਕ ਦਿਨ ਨਹੀਂ ਮੈਨੂੰ ਇੱਥੇ ਦੇਣਾ, ਮੈਂ ਉਹਦੇ ਤੋਂ ਕਿਵੇਂ ਬਚਾਂ। ਕਾਲ ਪਹੁੰਚਿਓ ਆਨ ਕਾਲ ਤੇ ਆ ਗਿਆ। ਹੁਣ ਬੰਦਾ ਬੜਾ ਦੌੜਿਆ, ਪਰ ਸਤਿਗੁਰੂ ਜੀ ਕਹਿੰਦੇ ਆ ਜਿਹੜਾ ਲਖਾ ਕੇ ਰੱਬ ਦੇ ਘਰ ਮੌਤ ਆਇਆ ਸੀ ਤੇ ਉਹ ਮੌਤ ਤੋਂ ਕਿਵੇਂ ਬਚਦਾ। ਮੌਤ ਨੇ ਤਾਂ ਘੇਰਾ ਪੈਣਾ, ਮਲ ਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ। ਮੌਤ ਤਾਂ ਇਹੋ ਜਿਹਾ ਇੱਕ ਜ਼ਿੰਦਗੀ ਦਾ ਨਾਲ ਇੱਕ ਅੰਗ ਹੈ। ਸਤਿਗੁਰੂ ਜੀ ਕਹਿੰਦੇ ਮਰਨ ਲਿਖਾਏ ਮੰਡਲ ਮੈਂ ਆਏ। ਮੌਤ ਲਿਖਾ ਕੇ ਫਿਰ ਮੰਡਲ ਵਿੱਚ ਆਇਆ। ਸਤਿਗੁਰੂ ਜੀ ਕਹਿੰਦੇ ਹੁਣ ਉਸ ਰੱਬ ਦਾ ਕੋਈ ਪਤਾ ਨਹੀਂ ਜਿਹੜਾ ਬੰਦਾ ਆਪਣੇ ਜੀਵਨ ਵਿੱਚ ਮਿੱਥ ਕੇ ਚੱਲਿਆ ਕਿ ਮੈਂ ਆਹ ਕੰਮ ਕੱਲ ਕਰ ਲਾਂਗਾ, ਆਹ ਕੱਲ ਮੈਂ ਪਰਸੋਂ ਕਰ ਲਾਂਗਾ। ਸਤਿਗੁਰੂ ਜੀ ਕਹਿੰਦੇ ਵੇਖ ਕਦੀ ਦਰਿਆ ਦੇ ਕੰਢੇ ਬੈਠਾ ਫਰੀਦਾ, ਦਰਿਆਵੇ ਕੰਢੇ ਬਗੁਲਾ ਬੈਠਾ ਕੀਲ ਕਰੇ। ਭਗਤ ਫਰੀਦ ਜੀ ਕਹਿੰਦੇ ਮੈਂ ਵੇਖਿਆ ਦਰਿਆ ਦੇ ਕੰਢੇ ਬੈਠਾ ਬਗਲਾ ਕੀਲਾਂ ਪਿਆ ਕਰਦਾ ਸੀ। ਫਰੀਦਾ ਦਰਿਆਵੇ ਕੰਨੇ ਬਗੁਲਾ ਬੈਠਾ ਕੀਲ ਕਰੇ। ਕੀਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ।
ਉਹਨੂੰ ਕੀ ਪਤਾ ਸੀ ਕਿ ਮੈਨੂੰ ਅਚਿੰਤੇ ਬਾਜ ਪੈ ਜਾਣਗੇ, ਮੌਤ ਦੇ ਐਸੇ ਬਾਜ ਪੈਣਗੇ ਕਿ ਮੈਨੂੰ ਮੌਤ ਜਿਹੜੀ ਹੈ ਤੋੜ ਕੇ ਨਾਲ ਲੈ ਜਾਏਗੀ। ਸਤਿਗੁਰੂ ਜੀ ਕਹਿੰਦੇ ਬੰਦਿਆ ਇਹ ਮੌਤ ਦੇ ਬਾਜ ਪਤਾ ਕਿਹੜੇ ਆ? ਸਤਿਗੁਰੂ ਜੀ ਕਹਿੰਦੇ ਆ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਸਭ ਕੁਝ ਭੁੱਲ ਗਿਆ। ਸਤਿਗੁਰੂ ਜੀ ਕਹਿੰਦੇ ਕੱਖ ਵੀ ਨਾਲ ਨਾ ਚੱਲਿਆ, ਸਭ ਕੁਝ ਛੱਡ ਕੇ ਸਤਿਗੁਰੂ ਜੀ ਕਹਿੰਦੇ ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਚੌਂ ਜਣਿਆਂ ਦੇ ਕੰਨ ਕੀ ਹੈ? ਮੌਤ ਨੇ ਜਦੋਂ ਆ ਕੇ ਜਕੜ ਲਿਆ, ਸਤਿਗੁਰੂ ਜੀ ਕਹਿੰਦੇ 4 ਜਾਣਿਆਂ ਨੇ ਕੰਧਿਆਂ ਤੇ ਚੁੱਕ ਲਿਆ। ਵੇਖੋ ਦੁਨੀਆ ਦੇ ਲੋਕੋ, ਉਹ ਬੰਦਾ ਚੱਲਿਆ ਜੇ ਜਿਹੜਾ ਬੜੇ ਯਤਨ ਕਰਦਾ ਸੀ ਮੈਂ ਮੌਤ ਤੋਂ ਬਚ ਜਾਵਾਂਗਾ। ਛੋਟੀ ਜੀ ਉਦਾਹਰਣ ਚੇਤੇ ਆਈ, ਕਿਸੇ ਗ੍ਰੰਥਾਂ ਦੇ ਵਿੱਚ ਇਹ ਉਦਾਹਰਣ ਲੈ ਕੇ ਵਿਦਵਾਨਾਂ ਨੇ ਇਹਦਾ ਸਹਾਰਾ ਬੜਾ ਕਮਾਲ ਦਾ ਲਿਆ। ਕਹਿੰਦੇ ਇੱਕ ਬੰਦਾ ਜਦੋਂ ਉਹਨੂੰ ਪਤਾ ਲੱਗਾ ਨਾ ਕਿ ਮੌਤ ਨੇ ਮੈਨੂੰ ਘੇਰ ਲੈਣਾ, ਕਿਉਂਕਿ ਅੱਜ ਕਾਲ ਪਹੁੰਚਿਓ ਆ, ਇਸ ਤੇ ਵਿਚਾਰ ਧਿਆਨ ਨਾਲ ਸੁਣਿਓ। ਉਹਨੂੰ ਪਤਾ ਲੱਗਾ ਕਿ ਮੌਤ ਨੇ ਤਾਂ ਆ ਹੀ ਜਾਣਾ, ਕਿਉਂ ਨਾ ਮੌਤ ਤੋਂ ਬਚਣ ਦਾ ਉਪਰਾਲਾ ਕੀਤਾ ਜਾਵੇ, ਕਿਉਂ ਨਾ ਮੌਤ ਤੋਂ ਭੱਜਿਆ ਜਾਵੇ। ਜੇ ਮੈਂ ਭੱਜਾਂਗਾ, ਜੇ ਮੈਂ ਦੂਜੀਆਂ ਚੀਜ਼ਾਂ ਤੋਂ ਭੱਜ ਕੇ ਜਾਨ ਬਚਾ ਸਕਦਾ ਤੇ ਮੈਂ ਮੌਤ ਤੋਂ ਵੀ ਤਾਂ ਭੱਜ ਕੇ ਜਾਨ ਬਚਾ ਸਕਦਾ। ਆਪਣੇ ਘੋੜੇ ਤੇ ਚੜਿਆ, ਬੜੀ ਦੂਰ ਭੱਜਦਾ ਨਿਕਲ ਗਿਆ, ਆਪਣੇ ਸ਼ਹਿਰ ਨੂੰ ਛੱਡ, ਆਪਣੇ ਸ਼ਹਿਰ ਤੋਂ ਦੂਜੇ ਸ਼ਹਿਰਾਂ ਨੂੰ ਛੱਡ ਇੰਨੀ ਦੂਰ ਨਿਕਲ ਗਿਆ। ਕਹਿੰਦੇ ਇੱਕ ਜਾ ਕੇ ਦਰਖਤ ਦੀ ਛਾਂ, ਹੱਥ ਹਾਰ ਗਿਆ, ਥੱਕ ਗਿਆ, ਹੰਭ ਗਿਆ, ਪਿਆਸਾ ਹੈ। ਸਤਿਗੁਰੂ ਜੀ ਕਹਿੰਦੇ ਆ, ਕਹਿੰਦੇ ਕਿ ਵੀ ਜਾ ਕੇ ਇੱਕ ਦਰਖਤ ਦੀ ਛਾਵੇਂ ਬੈਠਾ ਹੈ, ਦਰਖਤ ਦੀ ਛਾਵੇਂ ਬੈਠਾ ਹੈ। ਸਤਿਗੁਰੂ ਜੀ ਕਹਿੰਦੇ ਪਿੱਛੋਂ ਹੀ ਮੌਤ ਨੇ ਆ ਕੇ ਹੱਥ ਫੇਰਿਆ, ਵੇਖ ਤੂੰ ਉਹ ਥਾਂ ਛੱਡ ਕੇ ਆਇਆ ਇਹ ਸੋਚ ਕੇ ਕਿ ਮੈਂ ਉੱਥੋਂ ਮੌਤ ਤੋਂ ਬਚ ਜਾਵਾਂਗਾ ਤੇ ਇੱਥੇ ਮੌਤ ਨਹੀਂ ਆਏਗੀ। ਸਤਿਗੁਰੂ ਜੀ ਕਹਿੰਦੇ ਬੰਦਿਆ ਜਿੱਥੇ ਮਰਜ਼ੀ ਭੱਜ ਲੈ, ਜਿੱਥੇ ਮਰਜ਼ੀ ਚਲਿਆ ਜਾ, ਮੌਤ ਤਾਂ ਆਏਗੀ। ਹੁਣ ਸਤਿਗੁਰੂ ਜੀ ਦੇ ਆਪਾਂ ਬਾਣੀ ਦੇ ਵਿੱਚੋਂ ਥੋੜਾ ਜਿਹਾ ਦੇਖੀਏ। ਆਪਾਂ ਇਹ ਸੋਚ ਕੇ ਆਉਂਦੇ ਆ ਕਿ ਵੀ ਗੁਰੂ ਕੋਲ ਜਾਵਾਂਗੇ ਤੇ ਗੁਰੂ ਸਾਨੂੰ ਮੌਤ ਨਹੀਂ ਦੇਗਾ, ਹਨਾ ਜੀ। ਆਪਾਂ ਕਈ ਵਾਰ ਵਿਚਾਰਦੇ ਆ ਇਸ ਗੱਲ ਨੂੰ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਵੀ ਚੇਤੇ ਰੱਖਣਾ, ਪਹਿਲਾਂ ਮੌਤ ਯਾਦ ਕਰਾਈ ਜਾਂਦੀ ਹੈ। ਭਾਈ ਨੰਦ ਲਾਲ ਜੀ ਔਰੰਗਜ਼ੇਬ ਦਾ ਪੁੱਤਰ ਕਹਿੰਦਾ ਭਾਈ ਨੰਦ ਲਾਲ ਜੀ ਆਪਣੇ ਉਸਤਾਦ ਨੂੰ ਕਹਿਣ ਲੱਗਾ, ਉਸਤਾਦ ਜੀ ਜੇ ਤੁਸੀਂ ਮੌਤ ਤੋਂ ਬਚਣਾ ਹੈ ਨਾ ਤਾਂ ਫਿਰ ਇੱਕੋ ਤਰੀਕਾ ਹੈ, ਇੱਕੋ ਜਗ੍ਹਾ ਹੈ ਜਿੱਥੇ ਜਾ ਕੇ ਮੌਤ ਤੋਂ ਬਚਿਆ ਜਾ ਸਕਦਾ ਹੈ, ਮਰਨ ਤੋਂ ਬਚਿਆ ਜਾ ਸਕਦਾ। ਤੇ ਭਾਈ ਨੰਦ ਲਾਲ ਜੀ ਕਹਿੰਦੇ ਉਹ ਕਿਹੜੀ ਜਗ੍ਹਾ ਹੈ, ਉਹ ਕਿਹੜੀ ਥਾਂ ਹੈ, ਤੂੰ ਮੈਨੂੰ ਉਹ ਥਾਂ ਦੱਸ, ਮੈਂ ਉਹ ਥਾਂ ਤੇ ਪਹੁੰਚ ਜਾਵਾਂਗਾ, ਕਿਉਂਕਿ ਤੇਰਾ ਪਿਤਾ ਮੈਨੂੰ ਮਾਰ ਦੇਗਾ, ਮੈਨੂੰ ਖਤਮ ਕਰ ਦੇਗਾ। ਧਰਮ ਮੈਂ ਆਪਣਾ ਬਦਲ ਨਹੀਂ ਸਕਦਾ, ਈਮਾਨ ਮੈਂ ਆਪਣਾ ਬਦਲ ਨਹੀਂ ਸਕਦਾ, ਕਿਉਂਕਿ ਮੈਂ ਗੁਰੂ ਦੀ ਸੋਚ ਦਾ ਧਾਰਨੀ ਬਣ ਗਿਆ। ਤੂੰ ਮੈਨੂੰ ਦੱਸ ਕਿਹੜੀ ਥਾਂ ਹੈ ਜਿੱਥੇ ਮੈਂ ਬਚ ਜਾ। ਤੇ ਉਹਦਾ ਪੁੱਤਰ ਕਹਿੰਦਾ ਤੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਚਲਿਆ ਜਾ, ਜਿਹੜਾ ਉਹਦੀ ਸ਼ਰਨ ਵਿੱਚ ਚਲਿਆ ਜਾਂਦਾ ਉਹਨੂੰ ਮੌਤ ਨਹੀਂ ਆਉਂਦੀ। ਦੌੜਿਆ ਗਿਆ ਦਿੱਲੀ ਦੀ ਧਰਤੀ ਤੋਂ, ਦੌੜਿਆ ਗਿਆ ਅਨੰਦਪੁਰ ਸਾਹਿਬ ਦੀ ਧਰਤੀ ਨੂੰ, ਪਰ ਸਤਿਗੁਰੂ ਜੀ ਦੇ ਦਰ ਤੇ ਜਦੋਂ ਜਾਂਦਾ ਉੱਥੇ ਜਾ ਕੇ ਵੇਖਦਾ ਹੈ ਬਾਣੀ ਵਿੱਚ ਰੋਜ਼ ਇਹ ਗੱਲ ਪੜੀ ਜਾਂਦੀ ਹੈ, ਪਹਿਲਾ ਮਰਨ ਕਬੂਲ। ਕਹਿੰਦਾ ਮੈਂ ਤੇ ਮੌਤ ਤੋਂ ਡਰਦਾ ਆਇਆ ਸਾਂ, ਇੱਥੇ ਤਾਂ ਪਹਿਲਾਂ ਹੀ ਮੌਤ ਸਾਹਮਣੇ ਰੱਖੀ ਹੋਈ ਹੈ, ਇਹ ਤਾਂ ਪਹਿਲਾਂ ਹੀ ਮੌਤ ਦੀਆਂ ਗੱਲਾਂ ਕਰਦਾ। ਉਹ ਤਾਂ ਕਹਿੰਦਾ ਸੀ ਇੱਥੇ ਬਚ ਜਾਵਾਂਗਾ ਮੈਂ, ਇੱਥੇ ਤੈਨੂੰ ਕੋਈ ਮਾਰ ਨਹੀਂ ਸਕਦਾ। ਇੱਥੇ ਤਾਂ ਪਹਿਲਾਂ ਹੀ ਗੁਰੂ ਨਾਨਕ ਪਾਤਸ਼ਾਹ ਕਹਿੰਦਾ ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧੀਜੈ ਸਿਰ ਦੀਜੈ ਕਾਣ ਨਾ ਕੀਜੈ। ਤਾਂ ਪਹਿਲਾਂ ਮੌਤ ਯਾਦ ਕਰ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਇਹ ਤਾਂ ਪਹਿਲਾਂ ਹੀ ਮੌਤ ਯਾਦ ਕਰਾ ਰਿਹਾ। ਚੇਤੇ ਰੱਖਣਾ ਗੁਰੂ ਨਾਨਕ ਪਾਤਸ਼ਾਹ ਉਹ ਮੌਤ ਦੀ ਗੱਲ ਨਹੀਂ ਕਰਦੇ, ਤਾਂ ਸੰਸਾਰ ਰੋਜ਼ ਮਰਦਾ ਹੈ। ਸਤਿਗੁਰੂ ਜੀ ਕਹਿੰਦੇ ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਹੋਏ। ਇਹ ਸਾਡੇ ਅੰਦਰ ਨੂੰ ਆਪੇਪਨ ਨੂੰ ਮਾਰਦਾ, ਇਹ ਉਹ ਮੌਤ ਦੀ ਗੱਲ ਕਰਦਾ। ਸਰੋ ਵਿਚਾਰ ਸਿਰਫ ਮੇਰੀ ਬੇਨਤੀ ਇੰਨੀ ਕੁ ਹੈ
ਸਤਿਗੁਰੂ ਜੀ ਕਹਿੰਦੇ ਆ ਬੰਦਿਆ ਕਾਲ ਨੇ ਤੇ ਆਉਣਾ ਹੈ, ਪਰ ਜਿਹੜੀਆਂ ਤੂੰ ਜੁਗਤੀਆਂ ਲੜਾ ਕੇ ਬੈਠਾ ਨਾ, ਜੋ ਕੰਮ ਮੈਂ ਬਚਪਨ ਵਿੱਚ ਨਹੀਂ ਕਰ ਸਕਿਆ ਉਹ ਮੈਂ ਭਰ ਜਵਾਨੀ ਦੇ ਪੈਰ ਵਿੱਚ ਕਰ ਲਾਂਗਾ। ਜੇ ਉਹ ਭਰ ਜਵਾਨੀ ਦੇ ਪੈਰ ਵਿੱਚ ਨਹੀਂ ਹੋਇਆ ਤੇ ਮੈਂ ਬੁਢੇਪਾ ਤੇ ਆਉਣਾ, ਬੁਢੇਪੇ ਵਿੱਚ ਕਰ ਲਾਂਗਾ। ਸਤਿਗੁਰੂ ਜੀ ਕਹਿੰਦੇ ਮਨ ਕੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਈ। ਕਾਲ ਨੇ ਆ ਕੇ ਪਕੜ ਲਿਆ। ਸਤਿਗੁਰੂ ਜੀ ਕਹਿੰਦੇ ਫਿਰ ਕਾਲੈ ਕਾ ਕਛ ਨਾ ਬਸਾਏ। ਫਿਰ ਕਾਲ ਦੇ ਅੱਗੇ ਕਿਹਦਾ ਵਸ ਚੱਲਿਆ? ਸਮੇਂ ਦੇ ਅੱਗੇ ਕਿਹਦਾ ਵਸ ਚੱਲਿਆ? ਸਮੇਂ ਨੂੰ ਵੀ ਰੋਕ ਸਕਿਆ? ਫੜ ਰਹੀ ਤਰੀਕ ਸਮੇਂ ਖਸਕਾਈ ਕੰਨੀ। ਕਹਿੰਦੇ ਕਿ ਮੈਂ ਭਾਈ ਵੀਰ ਸਿੰਘ ਜੀ ਕਹਿੰਦੇ ਆ, ਮੈਂ ਬੜਾ ਸਮੇਂ ਨੂੰ ਰੋਕਿਆ, ਮੈਂ ਬੜੀ ਕੋਸ਼ਿਸ਼ ਕੀਤੀ ਰੋਕ ਲਾਂ, ਪਰ ਸਮਾਂ ਮੇਰੇ ਤੋਂ ਕੰਨੀ ਕਤਰਾਉਂਦਾ ਰਿਹਾ, ਮੇਰੇ ਹੱਥ ਵਿੱਚ ਹੀ ਨਹੀਂ ਆਇਆ। ਮੈਂ ਬੜੀ ਕੋਸ਼ਿਸ਼ਾਂ ਕੀਤੀਆਂ, ਬੰਦਾ ਵੀ ਯਤਨ ਕਰਦਾ ਹੈ ਹਨਾ, ਕਦੀ ਸੂਈਆਂ ਘੜੀ ਦੀਆਂ ਐ ਨੂੰ ਕਰਦਾ, ਕਦੀ ਆਉਂ ਨੂੰ ਕਰਦਾ, ਕਿਤੇ ਰੁਕਦਾ ਹੈ, ਪਰ ਨਹੀਂ, ਘੜੀ ਦੀਆਂ ਸੂਈਆਂ ਖਿਲਾਰੀਆਂ ਜਾ ਸਕਦੀਆਂ ਨੇ, ਪਰ ਸਮਾਂ ਜਿਹੜਾ ਚੱਲ ਰਿਹਾ ਗੇੜ ਉਹਨੂੰ ਤੇ ਨਹੀਂ ਨਾ ਖੜਾ ਕੀਤਾ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਰਹਿਣ ਗਈ ਮਤ ਦਿਨ ਪੀ ਜਾਏ। ਸਤਿਗੁਰੂ ਜੀ ਕਹਿੰਦੇ ਰਹਿਣ ਆ ਗਈ ਹੈ, ਦਿਨ ਵੀ ਆਏਗਾ ਹੀ ਆਏਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਨਾ ਸੋਚ ਕਿ ਵੀ ਆਉਣਾ ਹੀ ਨਹੀਂ, ਜਰ ਆਏਗੀ। ਕੱਲ ਜੇ ਕਾਲੇ ਕੇਸ ਸਨ, ਕੱਲ ਨੂੰ ਚਿੱਟੇ ਵੀ ਆਉਣਗੇ। ਇੱਕ ਹੁਣ ਮੈਂ ਭਗਤ ਫਰੀਦ ਜੀ ਦੀ ਬਾਣੀ ਵਿੱਚੋਂ 2-3 ਬਚਨ ਨੇ ਬੜੇ ਕਮਾਲ ਦੇ, ਉਹਨਾਂ ਦੀ ਸਾਂਝ ਕਰਦੇ ਆ। ਸਤਿਗੁਰੂ ਜੀ ਕਹਿੰਦੇ ਆ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬਿਰਧ ਪਇਓ ਸੂਝੈ ਨਹੀਂ। ਇੱਕ ਬਚਨ ਹੈ ਬਿਰਧ ਤਾਤੇ ਬੁਢਾਪੇ ਤੇ। ਭਗਤ ਫਰੀਦ ਜੀ ਕਹਿੰਦੇ ਆ, ਕਹਿਣ ਲੱਗੇ ਸੰਸਾਰ ਦੇ ਲੋਕੋ, ਜਦੋਂ ਭਰ ਜੋਬਨ ਸੀ ਨਾ ਮੇਰੇ ਤੇ, ਮੈਂ ਭੱਜ ਕੇ ਪਹਾੜ ਚੜ ਜਾਂਦਾ ਹੁੰਦਾ ਸੀ। ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਪਵਿਓਮ। ਇਹਨਾਂ ਲੱਤਾਂ ਦੇ ਨਾਲ ਭਰ ਜੋਬਨ ਦੇ ਅੰਦਰ ਤੁਰਨ ਦੀ ਇੰਨੀ ਤਾਕਤ ਸੀ, ਇੰਨੀ ਪੈਰਾਂ ਵਿੱਚ ਤਾਕਤ ਸੀ ਚੱਲਣ ਦੀ, ਕੋਹਾਂ ਪੈਂਡੇ ਤੁਰ ਕੇ ਮੈਂ ਪਹਾੜ ਵੀ ਚੜ ਜਾਂਦਾ ਸਾਂ। ਪਰ ਭਗਤ ਫਰੀਦ ਜੀ ਕਹਿੰਦੇ ਜੇ ਅੱਜ ਮੈਨੂੰ ਪੁੱਛਦੇ ਹੋ ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਪਵਿਓਮ, ਅੱਜ ਫਰੀਦਾ ਕੁਜੜਾ ਸੈਕੋ ਹਾਥੀਓਮ। ਕਹਿਣ ਲੱਗੀ ਵੀ ਅੱਜ ਕੁਜਾ ਨੇੜੇ ਵੀ ਪਿਆ, ਸਤਿਗੁਰੂ ਜੀ ਕਹਿੰਦੇ ਚੁੱਕ ਨਹੀਂ ਹੁੰਦਾ, ਆਸਰਾ ਭਾਲਦਾ ਬਿਰਧ ਅਵਸਥਾ। ਮੈਂ ਫਿਰ ਬੇਨਤੀ ਕਰਦਾ, 2 ਅਵਸਥਾਵਾਂ ਨੇ ਜਿਹੜੀਆਂ ਸਭ ਤੋਂ ਵੱਧ ਸਹਾਰਾ ਭਾਲਦੀਆਂ ਨੇ, ਸਭ ਤੋਂ ਵੱਧ ਜਿਨ੍ਹਾਂ ਨੂੰ ਸਹਾਰੇ ਦੀ ਲੋੜ ਹੈ, ਇੱਕ ਬਚਪਨ ਤੇ ਇੱਕ ਬੁਢੇਪਾ। ਇਹ 2 ਹੀ ਨੇ ਜਿਨ੍ਹਾਂ ਦੇ ਵਿੱਚ ਬਚਪਨ ਵਿੱਚ ਮਾਂ-ਬਾਪ ਦਾ ਸਹਾਰਾ ਮਿਲ ਜਾਂਦਾ ਹੈ, ਜਦੋਂ ਬੁਢੇਪਾ ਆਉਂਦਾ ਹੈ ਤੇ ਧੀਆਂ ਪੁੱਤਰਾਂ ਦਾ ਸਹਾਰਾ ਬੰਦਾ ਲੱਭਦਾ ਹੈ, ਜਾਂ ਸਾਕ ਸੰਬੰਧੀਆਂ ਦਾ ਸਹਾਰਾ ਲੱਭਦਾ ਹੈ। ਇਸ ਤਰ੍ਹਾਂ ਦੇ ਸਹਾਰੇ ਇਹਨਾਂ 2 ਉਮਰਾਂ ਦੇ ਵਿੱਚ ਹੀ ਬੰਦਾ ਲੱਭਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਵੇਖ ਭਗਤ ਫਰੀਦ ਜੀ ਤੈਨੂੰ ਸਮਝਾ ਰਿਹਾ, ਗੱਲ ਭਾਵੇਂ ਆਪਣੀ ਕਰਦੇ ਆ ਕਿ ਵੀ ਅੱਜ ਕੁੱਜਾ ਭਾਵੇਂ ਮੇਰੇ ਨੇੜੇ ਪਿਆ, ਕੁੱਜਾ ਸਮਝਦੇ ਹੋ ਨਾ ਘੜਾ ਪਾਣੀ ਵਾਲਾ, ਭਾਵੇਂ ਕੋਲ ਪਿਆ ਹੈ, ਸਤਿਗੁਰੂ ਜੀ ਕਹਿੰਦੇ ਉਹਨੂੰ ਕੋਲ ਕਰਨ ਦੇ ਲਈ ਵੀ ਸਹਾਰੇ ਦੇ। ਅੱਜ ਫਰੀਦਾ ਕੁਜੜਾ ਸਹਿ ਕੋਹਾਂ ਥਿਓਂ ਕੋਲ ਪਿਆ ਹੋਇਆ ਵੀ ਭਗਤ ਫਰੀਦ ਜੀ ਕਹਿੰਦੇ ਕੁਜੜਾ ਕੋਹਾਂ ਦੂਰ ਲੱਗਦਾ ਹੈ। ਹੋਰ 2 ਬਚਨ ਨੇ ਭਗਤ ਫਰੀਦ ਜੀ ਦੇ। ਭਗਤ ਫਰੀਦ ਜੀ ਕਹਿੰਦੇ ਆ, ਬੁੱਢਾ ਹੁਆ ਸ਼ੇਖ ਫਰੀਦ। ਹੁਣ ਧਿਆਨ ਨਾਲ ਸੁਣਿਓ, ਕਹਿੰਦੇ ਬੁੱਢਾ ਹੋ ਗਿਆ ਕੌਣ? ਸ਼ੇਖ ਫਰੀਦ। ਗੱਲ ਆਪਣੇ ਤੇ ਟੁਕਾਈ ਹੈ, ਸਮਝਾਈ ਸਾਡੇ ਵਰਗਿਆਂ ਨੂੰ ਹੈ। ਭਾਵੇਂ ਸਾਡੇ ਕਾਲੇ ਨੇ, ਕੱਲ ਨੂੰ ਚਿੱਟੇ ਵੀ ਹੋਣੇ ਨੇ, ਭਾਵੇਂ ਉਹ ਸਿਰ ਦੇ ਕੇਸ ਤੇ ਹੋਣ, ਭਾਵੇਂ ਉਹ ਦਾੜੇ ਦੇ ਕੇਸ ਹੋਣ। ਸਤਿਗੁਰੂ ਜੀ ਕਹਿੰਦੇ ਆਉਣਾ ਹੀ ਆਉਣਾ ਹੈ, ਫਰਮਾਨ ਤੇਰਾ ਸਿਰ ਹੈ ਉੱਪਰ, ਫਿਰ ਨਾ ਕਰਤ ਵਿਚਾਰ। ਉਹ ਫਰਮਾਨ ਆਉਣੇ ਹੀ ਆਉਣੇ ਆ, ਸਿਰ ਦੇ ਉੱਤੇ ਆਉਣੇ ਆ। ਪਰ ਸਤਿਗੁਰੂ ਜੀ ਕਹਿੰਦੇ ਬੰਦਾ ਤਾਂ ਵੀ ਵਿਚਾਰ ਨਹੀਂ ਕਰ ਰਿਹਾ। ਬੁੱਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਦੇ ਕੰਬਣ ਲੱਗ ਗਈ ਹੈ। ਪਰ ਸਤਿਗੁਰੂ ਜੀ ਕਹਿੰਦੇ ਮਨ ਦੇ ਵਿੱਚ ਆਸਾਵਾਂ ਉਸੇ ਤਰ੍ਹਾਂ ਹੀ ਭਰੀਆਂ ਨੇ। ਹਜੇ ਮੈਂ ਪੁੱਤਰ ਦਾ ਜੇ ਵਿਆਹ ਕਰ ਲਿਆ, ਮੈਂ ਜੇ ਧੀ ਦਾ ਵਿਆਹ ਕਰ ਲਿਆ, ਪੋਤਰੇ ਪੋਤਰੀਆਂ ਦਾ ਵੀ ਵਿਆਹ ਵੇਖ ਹੀ ਜਾਵਾਂ, ਹਨਾ ਜੀ। ਦੇ ਕੰਬ ਰਹੀ ਹੈ, ਹਨਾ ਜੀ। ਅਵਸਥਾ ਇਹੋ ਜੀ ਬਣ ਗਈ ਆ, ਨਾ ਕੰਨਾਂ ਚੋਂ ਸੁਣਦਾ ਹੈ, ਨਾ ਅੱਖਾਂ ਚੋਂ ਦਿਸਦਾ ਹੈ, ਨਾ ਪੈਰਾਂ ਤੋਂ ਚੱਲ ਹੁੰਦਾ ਹੈ, ਨਾ ਹੱਥਾਂ ਤੋਂ ਕੋਈ ਕਿਰਤ ਕਰ ਹੁੰਦੀ ਹੈ। ਕਿਉਂਕਿ ਇਹੀ ਉਮਰ ਹੈ
ਜਿਹਦੇ ਵਿੱਚ ਨਾ ਕੋਈ ਬੰਦਾ ਕਿਰਤ ਕਰ ਸਕਦਾ ਹੈ ਤੇ ਨਾ ਹੀ ਕਰਨ ਦੀ ਬੰਦੇ ਦੇ ਅੰਦਰ ਪਾਵਰ ਹੁੰਦੀ ਹੈ। ਇੰਦਰੀ ਕਾ ਬਲ ਥਾਕਾ, ਸਭ ਦਾ ਬਲ ਥੱਕ ਜਾਂਦਾ, ਹਾਰ ਜਾਂਦਾ ਬੰਦਾ, ਹਾਰਿਆ ਹੋਇਆ ਬੰਦਾ ਮੰਜੇ ਦੇ ਉੱਤੇ ਪਿਆ ਹੁੰਦਾ। ਭਗਤ ਫਰੀਦ ਜੀ ਕਹਿੰਦੇ ਆ, ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ ਸੋ ਵਰਿਆ ਜੀਵਣਾ ਭੀ ਤਨ ਹੋਸੀ ਖੇ। ਕਹਿਣ ਲੱਗੇ ਬੰਦਿਆ ਕਿਹੜੀ ਆਸ ਵਿੱਚ ਜੀ ਰਿਹਾ, ਭਾਵੇਂ 100 ਵਰੇ ਵੀ ਜ਼ਿੰਦਗੀ ਹੋ ਗਈ ਹੈ ਜਾਂ 100 ਵਰੇ ਤੋਂ ਵੀ ਟੱਪ ਗਈ ਹੈ, ਤਨ ਨੇ ਇੱਕ ਦਿਨ ਖੇ ਹੋਣਾ ਹੀ ਹੈ। ਇਹ ਨਾ ਸੋਚ ਵੀ ਤਨ ਨੇ ਖੇ ਨਹੀਂ ਹੋਣਾ, ਤਨ ਨੇ ਇੱਕ ਦਿਨ ਮਿੱਟੀ ਦੇ ਵਿੱਚ ਮਿੱਟੀ ਹੋ ਹੀ ਜਾਣਾ ਹੈ, ਭਾਵੇਂ ਅੱਜ ਹੋ ਜਾਏ ਤੇ ਭਾਵੇਂ ਕੱਲ ਹੋ ਜਾਏ। ਇੱਕ ਹੋਰ ਬਚਨ ਭਗਤ ਫਰੀਦ ਜੀ ਦਾ ਸੁਣਿਆ ਫਰੀਦਾ, ਭਗਤ ਫਰੀਦ ਜੀ ਕਹਿੰਦੇ ਆ, ਵੇਖ ਦਾੜੀ ਹੋਈ ਆ ਭੂਰ, ਦਾੜੀ ਜਿਹੜੀ ਉਹ ਚਿੱਟੀ ਹੋ ਗਈ, ਦਾੜੀ ਚਿੱਟੀ ਹੋਈ, ਅੱਗਾ ਨੇੜਾ ਆਇਆ ਪਿੱਛਾ ਰਿਹਾ ਦੂਰ। ਬੰਦਾ ਸੋਚਦਾ ਰਿਹਾ ਨਾ ਕਿ ਵੀ ਅਸਲ ਦੇ ਵਿੱਚ ਕਰ ਲਵਾਂਗਾ, ਹੁਣ ਅਗਲਾ ਬੰਨਾ ਨੇੜੇ ਆ ਗਿਆ, ਜਿਹੜਾ ਪਿੱਛਾ ਸੀ ਮਨ ਦੀਆਂ ਸੋਚਾਂ ਉਹ ਪਿੱਛੇ ਹੀ ਰਹਿ ਗਈਆਂ। ਉਹੀ ਗੱਲ ਮਨ ਕੀ ਮਾਹੀ ਰਹੀ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਆ, ਗੁਰੂ ਤੇਗ ਬਹਾਦਰ ਮਹਾਰਾਜ ਬੰਦਿਆ ਵੇਖ ਇੰਨੀਆਂ ਗੱਲਾਂ ਤੇਰੇ ਜੀਵਨ ਵਿੱਚ ਜੇ ਤੂੰ ਸਮਝ ਲਵੇਂ, ਵਿਚਾਰ ਲਵੇਂ, ਤੇ ਤੇਰਾ ਬੜੇਪਾ ਬੜਾ ਚੰਗਾ ਹੋ ਸਕਦਾ ਹੈ। ਹੁਣ ਮੈਂ ਕੁਝ ਕੁ ਬੇਨਤੀਆਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਦੇ ਆਂ। ਬਾਣੀ ਦੇ ਵਿੱਚ ਕਿਤੇ ਬੜੇਪੇ ਨੂੰ ਮਾੜਾ ਨਹੀਂ ਕਿਹਾ, ਬੜੇਪਾ ਚੰਗਾ ਵੀ ਹੋ ਸਕਦਾ ਹੈ। ਹਾਂ, ਮਾੜਾ ਬੰਦਾ ਆਪ ਬਣਾ ਲੈਂਦਾ। ਸਤਿਗੁਰੂ ਜੀ ਦੀ ਬਾਣੀ ਦੇ ਅੰਦਰ ਬੜੇਪੇ ਨੂੰ ਬੜਾ ਸਤਿਕਾਰ ਵੀ ਦਿੱਤਾ ਗਿਆ, ਬੜਾ ਸਤਿਕਾਰ ਦਿੱਤਾ ਗਿਆ ਹੈ। ਸਤਿਗੁਰੂ ਜੀ ਕਹਿੰਦੇ ਵੇਖ ਕੇ ਤੇ ਧਿਆਨ ਦੇ ਨਾਲ ਇਤਿਹਾਸ ਵੱਲ ਆਪਾਂ ਝਾਤ ਮਾਰ ਲਈਏ। ਇਤਿਹਾਸ ਦੇ ਅੰਦਰ ਬਾਬਾ ਬੁੱਢਾ ਜੀ ਦਾ ਕਿਤੇ ਜੀਵਨ ਪੜ੍ਹ ਕੇ ਵੇਖ, ਉਹ ਵੀ ਬਾਬਾ ਬਜ਼ੁਰਗ 120 ਸਾਲਾਂ ਦਾ, ਪਰ ਉਹਨੇ ਆਪਣਾ ਬੁਢੇਪਾ ਸੰਭਾਲਿਆ ਹੋਇਆ। ਜੇ ਉਹਨੇ ਆਪਣਾ ਬਚਪਨ ਸੰਭਾਲਿਆ, 12 ਸਾਲ ਦੀ ਉਮਰ ਜਾਂ 13 ਸਾਲ ਦੀ ਉਮਰ, ਬਚਪਨ ਵਿੱਚ ਚੇਤੇ ਰੱਖਣਾ ਐਸੀ ਲਿਵ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਲੱਗਦੀ ਹੈ। ਉਹ ਬਾਬਾ ਜਿਹਨੂੰ ਲੋਕ ਕਹਿੰਦੇ ਸਨ ਇਹ ਬੁੜਾ ਹੈ, ਧੰਨ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇ ਨਹੀਂ, ਇਹ ਬੁੜਾ ਨਹੀਂ ਹੈ, ਇਹ ਤੇ ਅਸਲ ਦੇ ਵਿੱਚ ਬੁੱਢਾ ਹੈ। ਉਹਨੂੰ ਆਪਾਂ ਕਹਿੰਦੇ ਆ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। 13 ਸਾਲ ਦੀ ਉਮਰ ਦੇ ਨਾਲ ਉਹਦੇ ਨਾਲ ਬਾਬਾ ਸ਼ਬਦ ਲੱਗ ਜਾਂਦਾ ਹੈ, ਜਾਂ ਬਾਬਾ ਸ਼ਬਦ ਅਕਸਰ ਅਸੀਂ ਬੁਢੇਪਾ ਹਨਾ ਜੀ, ਬਾਬਾ ਸ਼ਬਦ ਹਮੇਸ਼ਾ ਅਸੀਂ ਕਿਹਦੇ ਨਾਲ ਲਾਉਂਦੇ ਆ, ਬਜ਼ੁਰਗਾਂ ਦੇ ਨਾਲ ਲਾਉਂਦੇ ਆ। ਪਰ ਇੱਥੇ ਇਤਿਹਾਸ ਵਿੱਚ ਕਮਾਲ ਹੈ, 13 ਸਾਲ ਦੀ ਉਮਰ ਬਾਬਾ ਬੁੱਢਾ ਸਾਹਿਬ ਜੀ ਦੀ, ਤੇ ਉਹਦੇ ਨਾਲ ਧੰਨ ਗੁਰੂ ਨਾਨਕ ਮਹਾਰਾਜ ਜੀ ਲਾ ਰਿਹਾ ਬਾਬਾ ਸ਼ਬਦ। ਬਾਬਾ ਬੁੱਢਾ ਜੀ 13 ਸਾਲ ਦੀ ਉਮਰ ਵਿੱਚ ਉਹਨੇ ਆਪਣਾ ਬਚਪਨ ਸੰਭਾਲਿਆ। ਜਿੱਥੇ ਉਹਨੇ ਆਪਣਾ ਬਚਪਨ ਸੰਭਾਲਿਆ, ਉਹਨੇ ਜਵਾਨੀ ਸੰਭਾਲ ਲਈ। ਉਹਨੇ ਜਵਾਨੀ ਕੱਲੀ ਨਹੀਂ ਸੰਭਾਲੀ, ਉਹਨੇ ਆਪਣਾ ਬੁਢੇਪਾ ਵੀ ਸੰਭਾਲਿਆ ਹਨਾ ਜੀ। ਸਾਡਾ ਬੁਢੇਪਾ, ਚਲੋ ਸਾਡੇ ਜਵਾਨੀ ਵੀ ਬੇਕਾਰ, ਬਚਪਨ ਵੀ ਬੇਕਾਰ ਹਨਾ ਜੀ, ਬੁਢੇਪਾ ਚਲੋ ਥੋੜਾ ਜਿਹਾ ਸੰਭਾਲ ਰਿਹਾ ਬੰਦਾ ਅੱਜ ਕੱਲ ਹਨਾ ਜੀ। ਇੱਥੇ ਵੇਖਦੇ ਆ ਬਹੁਤ ਘੱਟ ਨੌਜਵਾਨੀ ਹੈ ਜਿਹੜੀ ਗੁਰਬਾਣੀ ਵੱਲ ਧਿਆਨ ਦਿੰਦੀ ਹੈ, ਨਹੀਂ ਤਾਂ ਮਾਫ ਕਰਨਾ ਆਵਾ ਉੱਤੇ ਆ ਪਿਆ ਜਵਾਨੀ ਦਾ, ਬਚਪਨ ਦਾ। ਸੋ ਕਹਿਣ ਤੋਂ ਭਾਵ ਹੈ ਉਹ ਬੁਢੇਪੇ ਦੇ ਅੰਦਰ ਵੀ, ਬਿਰਧ ਅਵਸਥਾ ਦੇ ਵਿੱਚ ਵੀ ਉਹ ਬਾਬਾ ਬੁੱਢਾ ਸਾਹਿਬ, ਜੇ ਉਹਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਇੱਕ ਗੱਲ ਕਹਿੰਦਾ, ਬਾਬਾ ਜੀ ਤੁਹਾਡੀ ਅਵਸਥਾ ਬਜ਼ੁਰਗ ਹੋ ਗਈ ਹੈ, ਜਿਨ੍ਹਾਂ ਨੇ ਆਪਣਾ ਬਿਰਧ ਨੂੰ ਸੰਭਾਲਿਆ, ਜਿਨ੍ਹਾਂ ਨੇ ਆਪਣਾ ਬੁਢੇਪਾ ਸੰਭਾਲਿਆ, ਮੈਂ ਉਹਨਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਸਤਿਗੁਰੂ ਜੀ ਕਹਿੰਦੇ ਆ ਵੇਖ, ਉਹਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਇੱਕ ਗੱਲ ਕਹਿੰਦੇ ਆ, ਬਾਬਾ ਬੁੱਢਾ ਜੀ ਅੱਜ ਤੋਂ ਬਾਅਦ ਤੁਸੀਂ ਗੁਰੂ ਘਰ ਵਿੱਚ ਨਹੀਂ, ਗੁਰੂ ਆਪ ਮਿਲਣ ਦੇ ਲਈ ਤੁਹਾਨੂੰ ਆ ਜਾ ਕਰੇਗਾ। ਤੇ ਉਹ ਕਹਿੰਦਾ ਇੱਕ ਗੱਲ, ਹਜੇ ਮੈਂ ਜਿਉਣਾ, ਹਜੇ ਮੇਰੇ ਸਵਾਸ ਚੱਲਦੇ ਆ, ਹਜੇ ਮੇਰੇ ਪੈਰ ਚੱਲਦੇ ਆ, ਜਦੋਂ ਤੱਕ ਸਵਾਸ ਚੱਲਦੇ ਆ ਗੁਰੂ ਹਰਗੋਬਿੰਦ ਪਾਤਸ਼ਾਹ ਇਹ ਬਾਬਾ ਬੁੱਢਾ ਤੇਰੇ ਦਰ ਤੇ
ਧਰਤੀ ਆਉਂਦਾ ਰਹੇਗਾ। ਉਹ ਬਜ਼ੁਰਗੀ ਵਿੱਚ ਵੀ ਗੁਰੂ ਘਰ ਨਹੀਂ ਛੱਡਦਾ। ਕਿਤੇ ਵੇਖ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਮਰ, ਉਹਦੀ ਉਮਰ 90 ਸਾਲ ਦੀ ਹੈ। 70 ਸਾਲ ਦੀ ਉਮਰ ਵਿੱਚ ਉਹ ਗੁਰੂ ਘਰ ਆਇਆ ਤੇ ਸਤਿਗੁਰੂ ਗੁਰੂ ਅੰਗਦ ਪਾਤਸ਼ਾਹ ਦੀ ਸੇਵਾ ਕਰਦਾ ਹੈ। ਆਪਣੇ ਮੋਢੇ ਤੇ ਗਾਗਰ ਚੁੱਕਦਾ ਹੈ, ਮੋਢੇ ਤੇ ਗਾਗਰ ਚੁੱਕ ਕੇ ਗੁਰੂ ਅੰਗਦ ਪਾਤਸ਼ਾਹ ਦੇ ਲਈ ਰੋਜ਼ ਇਸ਼ਨਾਨ ਦੇ ਲਈ ਪਾਣੀ ਲੈ ਕੇ ਆਉਂਦਾ। ਕਿਤੇ ਬਜ਼ੁਰਗੀ ਵੇਖਣੀ ਹੈ ਤੇ ਬਾਬੇ ਅਮਰਦਾਸ ਦੀ ਵੇਖ। ਹੋਰ ਵੇਖੀ ਇਤਿਹਾਸ, ਜੇ ਬਜ਼ੁਰਗੀ ਵੇਖਣੀ ਹੈ ਤੇ ਭਾਈ ਮਨੀ ਸਿੰਘ ਦੀ ਵੇਖ। ਉਹਨੇ ਆਪਣਾ ਬੰਦ ਉਸ ਬਿਰਧ ਅਵਸਥਾ ਵਿੱਚ ਕਟਾਇਆ ਹੋਇਆ। ਉਹਨੇ ਆਪਣੀ ਬਿਰਧ ਅਵਸਥਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਲਾਈ ਹੋਈ ਹੈ। ਕਿਤੇ ਵੇਖਣਾ ਤੂੰ ਗੁਰੂ ਇਤਿਹਾਸ ਵਿੱਚੋਂ ਵੇਖ, ਕਿਤੇ ਠੰਡੇ ਬੁਰਜ ਵੱਲ ਝਾਤ ਮਾਰ। ਮਾਤ ਗੁਜਰ ਕੌਰ ਜਿਹਦੀ ਉਮਰ 80 ਸਾਲ ਦੇ ਨੇੜੇ ਤੇੜੇ ਹੈ, ਉਹਨੇ ਉਹ ਬੁਰਜ ਦੀਆਂ ਠੰਡੀਆਂ ਹਵਾਵਾਂ ਆਪਣੇ ਸੀਨੇ ਤੇ ਹੰਡਾਈਆਂ, ਆਪਣੇ ਖੱਡਾਂ ਤੇ ਹੰਡਾਈਆਂ। ਕਿਤੇ ਬਜ਼ੁਰਗੀ ਵੱਲ ਝਾਤ ਮਾਰ। ਕਿਤੇ ਉਸ ਬਾਬਾ ਦੀਪ ਸਿੰਘ ਦੀ ਉਹਨੇ ਬਚਪਨ ਵੀ ਹੰਡਾ ਲਿਆ, ਉਹਨੇ ਜਵਾਨੀ ਵੀ ਹੰਡਾ ਲਈ ਤੇ 18 ਸ਼ੇਰ ਦਾ ਖੰਡਾ ਫੜ ਕੇ ਜੰਗ ਦੇ ਮੈਦਾਨ ਵਿੱਚ ਬਜ਼ੁਰਗੀ ਦੇ ਵੀ ਜ਼ੋਰ ਵਿਖਾ ਦਿੱਤੇ ਆ। ਹੁਣ ਕਿਹੜੀ ਗੱਲ ਆਪਾਂ ਇਤਿਹਾਸ ਵਿੱਚੋਂ ਨਹੀਂ ਜਾਣਦੇ। ਸਤਿਗੁਰੂ ਜੀ ਕਹਿੰਦੇ ਤੇਰੀ ਬਜ਼ੁਰਗੀ ਸਫਲ ਹੋ ਸਕਦੀ ਹੈ, ਤੇਰੀ ਬਜ਼ੁਰਗੀ ਜਿਹੜੀ ਆ ਉਹ ਰੁੜੇਗੀ ਨਹੀਂ। ਸਤਿਗੁਰੂ ਜੀ ਕਹਿੰਦੇ ਆ ਗੁਰਮੁਖ ਬੁੱਢੇ ਕਦੇ ਨਹੀਂ। ਗੁਰਮੁਖ ਤਾਂ ਕਦੀ ਬੁੱਢੇ ਹੋਇਆ ਹੀ ਨਹੀਂ ਕਰਦੇ। ਤੂੰ ਕਿਹੜੇ ਭਰਮ ਵਿੱਚ ਪੈ ਗਿਆ, ਤੂੰ ਕਿਹੜੇ ਭੁਲੇਖੇ ਵਿੱਚ ਪੈ ਗਿਆ। ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ, ਤੇਰੇ ਅੰਦਰ ਗਿਆਨ ਹੋਵੇ, ਤੇਰੀ ਸੁਰਤ ਜਾਗੀ ਹੋਵੇ। ਤੈਨੂੰ ਕੌਣ ਕਹੇਗਾ ਤੂੰ ਬੁੱਢਾ ਹੈ? ਤੂੰ ਆਖੇਗਾ ਨਹੀਂ, ਇਹ ਤੇ ਆਤਮਿਕ ਜੀਵਨ ਜੀ ਰਿਹਾ। ਸਰੋ ਵਿਚਾਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਆ ਬਿਰਧ ਪਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਵੇਖ ਬੰਦਿਆ, ਕਾਲ ਆ ਗਿਆ। ਕਾਲ ਦਾ ਅਰਥ ਆਪਾਂ ਇੱਥੇ ਸਮਾਂ ਵੀ ਕਰ ਸਕਦੇ ਹਾਂ। ਕਾਲ ਦਾ ਅਰਥ ਇੱਥੇ ਜਿਹੜਾ ਆਪਾਂ ਮੌਤ ਵੀ ਕਰ ਸਕਦੇ ਆ, ਜਾਂ ਮੌਤ ਹੀ ਕਰ ਲਈਏ ਤਾਂ ਚੰਗੀ ਗੱਲ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਆ ਕਿ ਭਾਈ ਤੂੰ ਬੁੱਢਾ ਹੋ ਗਿਆ। ਅੱਛਾ ਜੀ, ਇੱਕ ਗੱਲ ਹੋਰ ਸਾਂਝੀ ਕਰਾਂ। ਅੱਜ ਕਿਸੇ ਬਜ਼ੁਰਗ ਨੂੰ ਤੁਸੀਂ ਬਾਬਾ ਕਹਿ ਦਿਓ ਨਾ, ਹਨਾ ਜੀ, ਉਹ ਕਹੇਗਾ ਕਿ ਮੈਂ ਹਜੇ ਕਿੱਥੇ ਬਾਬਾ, ਹਨਾ ਜੀ, ਮੈਂ ਤਾਂ ਹਜੇ ਤੁਰਦਾ ਫਿਰਦਾ ਨਜ਼ਰ ਆ ਰਿਹਾ। ਦਾੜਾ ਭਾਵੇਂ ਚਿੱਟਾ ਹੋ ਗਿਆ ਹੈ, ਪਰ ਤੂੰ ਮੈਨੂੰ ਬਜ਼ੁਰਗ ਕਿਉਂ ਆਖਿਆ? ਕਈ ਲੜ ਪੈਂਦੇ ਆ ਜੀ, ਮਾਫ ਕਰਨਾ, ਕਈ ਲੜ ਪੈਂਦੇ ਆ ਵੀ ਤੂੰ ਮੈਨੂੰ ਬੁੱਢਾ ਕਿਉਂ ਕਹਿ ਦਿੱਤਾ, ਤੂੰ ਮੈਨੂੰ ਬਜ਼ੁਰਗ ਕਿਉਂ ਕਹਿ ਦਿੱਤਾ। ਇਸ ਤਰ੍ਹਾਂ ਦੇ ਵੀ ਲੋਕ ਤੁਰੇ ਫਿਰਦੇ ਆ, ਹਨਾ ਜੀ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਆ ਹੇ ਭਾਈ ਤੂੰ ਬੁੱਢਾ ਹੋ ਗਿਆ, ਤੈਨੂੰ ਕੁਝ ਸੁਝਦਾ ਬੁਝਦਾ ਨਹੀਂ ਹੈ। ਬਜ਼ੁਰਗੀ ਸੱਚ ਹੈ। ਬਜ਼ੁਰਗੀ ਦੇ ਵਿੱਚ ਬੰਦਾ ਜਿਹੜਾ ਹੈ ਨਾ ਜੀ, 60 ਕੈ ਬੁਢੇਪਾ ਆਵੇ, ਹੈ ਨਾ, 17 ਕਾ ਮਤਹੀਣ ਹੋਵੇ। ਜਦੋਂ ਬੰਦਾ ਮਤਹੀਣ ਹੋ ਜਾਂਦਾ ਤੇ ਨਾ ਉਹਨੂੰ ਕੁਝ ਸੁਝਦਾ ਨਾ ਬੁਝਦਾ, ਕੰਨਾਂ ਤੋਂ ਕੁਝ ਨਹੀਂ ਸੁਣਦਾ, ਹੱਥ ਜਿਹੜੇ ਆ ਹਨਾ ਸਿਰ ਕੰਪਿਓ ਪੱਗ, ਅੱਗੇ ਜਾ ਕੇ ਬਚਨ ਆਏਗਾ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ, ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਨ। ਹੁਣ ਜਿਹੜਾ ਨੈਣਾ ਤੋਂ ਵੀ ਹੀਨ ਹੋ ਗਿਆ, ਅੱਖਾਂ ਤੋਂ ਹੀਣਾ ਹੋ ਗਿਆ, ਹੁਣ ਉਹਦਾ ਸਿਰ ਕੰਬਦਾ ਹੈ, ਪੱਗ ਉਹਦੇ ਕੋਲੋਂ ਚੰਗੀ ਤਰ੍ਹਾਂ ਬੰਨ ਨਹੀਂ ਹੁੰਦੀ, ਤੁਰ ਉਹਦੇ ਕੋਲੋਂ ਚੰਗੀ ਤਰ੍ਹਾਂ ਨਹੀਂ ਹੁੰਦਾ। ਉਹ ਬਾਬਾ ਕਹਿ ਰਿਹਾ ਹੁੰਦਾ ਕਿ ਤੂੰ ਮੈਨੂੰ ਬਜ਼ੁਰਗ ਕਿਉਂ ਦਿੱਤਾ। ਇਹ ਵੀ ਕਹਾਣੀ ਹੈ ਨਾ ਸਭ ਤੋਂ ਵੱਡੀ, ਕਹਿਣ ਦਾ ਵੀ ਮੰਦਾ ਹੀ ਹਾਲ ਹੈ। ਸਰੋ ਵਿਚਾਰ ਸਤਿਗੁਰੂ ਕਹਿੰਦੇ ਆ ਕਿ ਵੀ ਇਹ ਅਵਸਥਾ ਦੇ ਵਿੱਚ ਨਾ ਤੇ ਬੰਦੇ ਨੂੰ ਕੁਝ ਸੁਝਦਾ ਹੈ, ਨਾ ਹੀ ਬੁੱਝਦਾ ਹੈ, ਨਾ ਹੀ ਕੁਝ ਸਮਝ ਪਾਉਂਦਾ ਹੈ, ਤੇ ਨਾ ਹੀ ਕਿਸੇ ਨੂੰ ਕੁਝ ਗੱਲ ਸਮਝਾ ਪਾਉਂਦਾ ਹੈ। ਸੂਝ ਬੂਝ ਨਹੀਂ ਰੱਖਦਾ। ਭਾਵ ਮਤ ਜਿਹੜੀ ਆ ਸੂਝ ਬੂਝ ਵਿੱਚ ਨਹੀਂ ਹੁੰਦੀ। ਜਿਹੜੀਆਂ ਚੀਜ਼ਾਂ ਪਹਿਲਾਂ ਸੋਚ ਲੈਂਦਾ ਸੀ ਉਹ ਕਰ ਵੀ ਲੈਂਦਾ ਹੈ, ਪਰ ਜਿਹੜੀਆਂ ਹੁਣ ਸੋਚਦਾ ਹੈ ਚੇਤੇ ਰੱਖਣਾ ਉਹ ਕਰ ਨਹੀਂ ਪਾਉਂਦਾ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨਾ ਕੁਝ ਸੁਝਦਾ ਹੈ ਨਾ ਕੁਝ ਬੁੱਝਦਾ ਹੈ, ਕਿ ਮੌਤ ਤੇਰੇ ਸਿਰ ਤੇ ਆ ਪਹੁੰਚੀ ਹੈ। ਜਿਹੜਾ ਬਚਨ ਮੈਂ ਤੁਹਾਡੇ ਨਾਲ ਸਾਂਝਾ ਕੀਤਾ, ਫਰਮਾਨ ਤੇਰਾ, ਭਗਤ ਕਬੀਰ ਜੀ ਦਾ ਪਾਵਨ ਬਚਨ ਹੈ ਜੀ ਇਹ ਗੌੜੀ ਰਾਗ ਦੇ ਅੰਦਰ। ਭਗਤ ਕਬੀਰ ਜੀ ਕਹਿੰਦੇ ਆ ਵੇਖ ਬੰਦਿਆ, ਫਰਮਾਨ ਤੇਰਾ ਸਿਰੈ ਉੱਪਰ,
ਫਰਮਾਨ ਤਾਂ ਹਰੇਕ ਬੰਦੇ ਦਾ ਸਿਰ ਦੇ ਉੱਤੇ ਹੈ ਹਨਾ ਜੀ। ਸੰਮਣ ਹਰੇਕ ਬੰਦੇ ਨੂੰ ਹੁੰਦੇ ਆ। ਵੇਖਿਆ ਨਾ ਕਿਸੇ ਦਾ ਕੇਸ ਪੈ ਗਿਆ ਤੇ ਉਹਦੇ ਘਰ ਸੰਮਣ ਆ ਗਿਆ, ਕੋਰਟ ਦੇ ਵਿੱਚੋਂ ਕੀ ਆਉਂਦਾ, ਕੋਰਟ ਦੇ ਵਿੱਚੋਂ ਸੰਮਣ ਆ ਜਾਂਦੇ ਉਹਦੇ ਘਰ ਹਨਾ ਜੀ। ਉਹ ਕੀ ਕਰਦਾ, ਉਹ ਸੰਮਣ ਨੂੰ ਬੜਾ ਚੁੱਕ ਚੁੱਕ ਵਗਾਉਂਦਾ। ਬਸ ਸਾਡੇ ਸੰਮਣ ਕਿਹੜੇ ਆ, ਸਾਡੇ ਸੰਮਣ ਜਦੋਂ ਚਿੱਟੇ ਧੋਲੇ ਵਾਲ ਆ ਗਏ ਨਾ, ਇਹਦਾ ਮਤਲਬ ਇਹ ਸਮਝ ਲਓ ਕਿ ਮੌਤ ਨੇੜੇ ਆ ਗਈ ਹੈ। ਘਬਰਾਉਣਾ ਨਹੀਂ, ਡਰਨਾ ਨਹੀਂ ਹੈ, ਹਜੇ ਤਾਂ ਚੇਤੇ ਰੱਖਣਾ ਸੰਮਣ ਆਇਆ। ਸਤਿਗੁਰੂ ਜੀ ਕਹਿੰਦੇ ਇਹ ਤੇਰੇ ਤੇ ਨਹੀਂ ਆਇਆ, ਬੜਿਆਂ ਤੇ ਆਇਆ। ਬੰਦਾ ਪਹਿਲਾਂ ਹੀ ਘਬਰਾ ਜਾਂਦਾ, ਉਹਦਾ ਹੱਲ ਵੀ ਲੱਭਣਾ ਚਾਹੀਦਾ। ਬਾਣੀ ਉਹਦਾ ਹੱਲ ਵੀ ਦੱਸਦੀ ਹੈ। ਗੁਰਬਾਣੀ ਕਦੀ ਇਹ ਨਹੀਂ ਕਹਿੰਦੀ ਕਿ ਬਚਪਨ ਤੂੰ ਚੰਗਾ ਨਹੀਂ ਬਤਾਇਆ, ਜਵਾਨੀ ਵਿਕਾਰਾਂ ਵਿੱਚ ਗਰਕ ਕਰ ਲਈ, ਬੁਢੇਪਾ ਆ ਗਿਆ, ਇੱਥੇ ਬੁਢੇਪਾ ਵੀ ਸੰਭਾਲ ਲੇਗਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਤਰ੍ਹਾਂ, ਤੇ ਚੇਤੇ ਰੱਖੀ ਤੇਰਾ ਬੁਢੇਪਾ ਵੀ ਲੇਖੇ ਲੱਗ ਜਾਏਗਾ। ਇੱਥੇ ਨਿਰਾਸ਼ਤਾ ਨਹੀਂ ਹੈ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ। ਇਹ ਨਾ ਸਮਝਿਓ ਕਿ ਮੈਂ ਬਚਪਨ ਜਵਾਨੀ ਖਰਾਬ ਕਰ ਲਈ ਹੈ ਤੇ ਬੁਢੇਪੇ ਵਿੱਚ ਮੈਨੂੰ ਕਿੰਨੇ ਪੁੱਛਣਾ ਹੈ। ਗੁਰੂ ਨਾਨਕ ਪਾਤਸ਼ਾਹ ਤੇ ਤਾਂ ਵੀ ਪੁੱਛ ਲੈਂਦਾ। ਮੈਂ ਇੱਕ ਉਦਾਹਰਨ ਲੈਣਾ ਅਕਸਰ ਹਨਾ ਜੀ। ਇੱਕ ਬਜ਼ੁਰਗ ਨੇ ਆਪਣੇ ਬਟਵੇ ਦੇ ਵਿੱਚ ਹਨਾ ਪਰਸ ਦੇ ਵਿੱਚ ਸ਼ਬਦ ਪਾਇਆ, ਔਖੀ ਘੜੀ ਨਾ ਦੇਖਣ ਦੇਈ ਹਨਾ ਜੀ। ਤੇ ਉਹ ਬਟਵਾ ਕਿਤੇ ਉਹਦਾ ਗਵਾਚ ਗਿਆ ਤੇ ਕੰਡਕਟਰ ਦੇ ਹੱਥ ਲੱਗ ਗਿਆ। ਉਹਨੇ ਕਿਹਾ ਪਹਿਚਾਣ ਕਰਕੇ ਲੈ ਲੈ। ਤੇ ਉਹਨੇ ਆਖਿਆ ਪਹਿਚਾਣ ਕੀ ਹੈ? ਕਹਿੰਦੇ ਇਹਦੇ ਵਿੱਚ ਸ਼ਬਦ ਹੈ। ਕਹਿੰਦਾ ਹਾਂ ਬਾਬਾ ਵਾਕਈ ਸ਼ਬਦ ਹੈ, ਪਰ ਲੋਕ ਅਕਸਰ ਇਸ ਤਰ੍ਹਾਂ ਨਹੀਂ ਕਰਦੇ, ਪਰ ਤੂੰ ਸ਼ਬਦ ਲਿਖ ਕੇ ਪਾਇਆ ਕਹਾਣੀ ਕਿ ਉਹ ਸਾਰੀ ਵਾਰਤਾ ਦੱਸਦਾ। ਕਹਿਣ ਲੱਗੇ ਇਸ ਤਰ੍ਹਾਂ ਮੇਰਾ ਪਰਿਵਾਰ, ਮੇਰੇ ਬੱਚੇ ਮੇਰੇ ਨਾਲ ਇਸ ਤਰ੍ਹਾਂ ਕੀਤਾ, ਪਰ ਮੈਂ ਆਪਣੀ ਬਜ਼ੁਰਗੀ ਨੂੰ ਰੁਲਣ ਨਹੀਂ ਦਿੱਤਾ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੇ ਮੇਰੀ ਬਾਹ ਫੜੀ। ਮੈਨੂੰ ਪਤਾ ਲੱਗ ਗਿਆ ਔਖੀਆਂ ਤੋਂ ਔਖੀਆਂ ਘੜੀਆਂ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਕੱਢ ਲੈਂਦਾ। ਇਸ ਕਰਕੇ ਮੈਂ ਸ਼ਬਦ ਪਾਇਆ। ਜੇ ਤੂੰ ਬਜ਼ੁਰਗੀ ਵੀ ਸ਼ਬਦ ਦੇ ਨਾਲ ਜੋੜ ਦਵੇਂ, ਜੇ ਤੂੰ ਬਜ਼ੁਰਗੀ ਵੀ ਬਾਣੀ ਦੇ ਅਨੁਸਾਰ ਬਣਾ ਲੈ, ਤੇ ਸਤਿਗੁਰੂ ਤੈਨੂੰ ਨਿਰਾਸ਼ ਨਹੀਂ ਕਰਨਗੇ, ਗੁਰੂ ਗਲ ਵਕੜੀ ਵਿੱਚ ਲੈ ਲੈਗਾ। ਨਿਰਾਸ਼ਤਾ ਨਹੀਂ ਹੈ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ। ਇੱਥੇ ਕੋਈ ਵੀ ਪੈਰ ਹੋਵੇ, ਸਤਿਗੁਰ ਤਾਂ ਔਗਣਾ ਤੇ ਪਰਦਾ ਪਾਉਂਦਾ, ਭਾਵੇਂ ਉਮਰ ਜਿਹੜੀ ਮਰਜ਼ੀ ਹੋਵੇ। ਸਤਿਗੁਰੂ ਜੀ ਕਹਿੰਦੇ ਆ ਬੰਦਿਆ ਬਿਰਧ ਪਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ ਵੇਖ, ਮੌਤ ਆ ਰਹੀ ਹੈ, ਕਾਲ ਆ ਰਿਹਾ ਹੈ। ਜਿਵੇਂ ਅਕਸਰ ਇੱਕ ਵਚਨ ਆਉਂਦਾ ਜੀ ਭਗਤ ਬਾਣੀ ਦੇ ਅੰਦਰ, ਮੌਤ ਕਿਸ ਤਰ੍ਹਾਂ ਆਉਂਦੀ ਹੈ? ਦੂੜਾ ਆਏ ਹੋਏ ਜਮੈ ਤਣਾ। ਜਮ ਦਾ ਜਿਹੜਾ ਤਣਾ ਹੈ ਉਹ ਤੇਰੇ ਵੱਲ ਭੱਜਾ ਆ ਰਿਹਾ ਹਨਾ ਜੀ। ਬੰਦਾ ਸੋਚਦਾ ਹੈ ਕਿ ਵੀ ਮੇਰੀ ਹਨਾ ਜੀ ਉਮਰ ਜਿਹੜੀ ਹੈ ਪਤਾ ਨਹੀਂ ਵੱਧ ਰਹੀ ਹੈ, ਪਰ ਇਹ ਨਹੀਂ ਸੋਚਦਾ ਕਿ ਸਤਿਗੁਰੂ ਜੀ ਕਹਿੰਦੇ ਆ ਘਟ ਰਿਹਾ ਤੂੰ, ਦਿਨੋਂ ਦਿਨ ਘਟ ਰਿਹਾ, ਉਮਰ ਘਟ ਰਹੀ ਹੈ। ਜਿਵੇਂ ਆਪਾਂ ਕੱਲ ਵੀ ਉਦਾਹਰਨ ਲਈ ਸੀ ਨਾ, ਔਦ ਘਟੈ ਦਿਨ ਸਰਣਾਰੇ, ਉਮਰ ਘਟ ਰਹੀ ਹੈ, ਕਾਲ ਨੇੜੇ ਆ ਰਿਹਾ, ਮੌਤ ਨੇੜੇ ਆ ਰਹੀ ਹੈ। ਤੇ ਸਤਿਗੁਰੂ ਜੀ ਕਹਿੰਦੇ ਆ ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਸਵਾਲ ਫਿਰ ਖੜਾ ਕਰ ਦਿੱਤਾ, ਵੇਖ ਤਰਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ, ਤੂੰ ਨਾ ਉੱਥੇ ਕੁਝ ਘਾਲਣਾ ਘਾਲੀ, ਹੁਣ ਬਿਰਧ ਭਇਆ। ਸਤਿਗੁਰੂ ਜੀ ਕਹਿੰਦੇ ਹੁਣ ਤੂੰ ਬਿਰਧ ਹੋ ਗਿਆ, ਪਰ ਮੈਂ ਤੈਨੂੰ ਸਮਝਾ ਦਿਆਂ। ਕਹੋ ਨਾਨਕ ਨਰ ਬਾਵਰੇ ਕੇ ਬੌੜੇ ਮਨੁੱਖ, ਹੇ ਮਤ ਤੋਂ ਹੀਣੇ ਬੰਦੇ ਕੇ ਅਕਲ ਤੋਂ ਮਾਰੇ ਬੰਦੇ। ਅਕਲ ਤੋਂ ਕੰਮ ਲੈ। ਜਦੋਂ ਤੂੰ ਅਕਲ ਤੋਂ ਕੰਮ ਲਏਗਾ ਨਾ, ਕੋਈ ਵੀ ਦਿਨ, ਕੋਈ ਵੀ ਰਾਤ, ਕੋਈ ਵੀ ਘੜੀ, ਕੋਈ ਵੀ ਸਮਾਂ ਬਰਬਾਦ ਨਹੀਂ ਹੋਏਗਾ, ਸਭ ਲੇਖੇ ਵਿੱਚ ਲੱਗ ਜਾਣਗੇ। ਪਰ ਤੂੰ ਇੰਨਾ ਬਾਵਰਾ ਹੋਇਆ, ਤੂੰ ਇੰਨਾ ਬੌਰਾ, ਇੰਨਾ ਪਾਗਲ ਹੋਇਆ ਹੈ। ਅੱਛਾ ਬੰਦਾ ਬੌਰਾ ਕਦੋਂ ਹੁੰਦਾ? ਇਹ ਤੇ ਸ਼ਬਦ ਇੱਕ ਨਾ ਭਗਤ ਬਾਣੀ ਦੇ ਅੰਦਰ ਬਚਨ ਆਉਂਦਾ ਹੈ, ਉੱਥੇ ਵੀ ਸਤਿਗੁਰੂ ਜੀ ਨਾ ਬਾਵਰੇ ਸ਼ਬਦ ਵਰਤਦੇ ਆ। ਉਹਦੇ ਭਗਤ ਕੀ ਕਹਿੰਦੇ ਆ? ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ। ਜਿਵੇਂ ਇੱਥੇ ਕਹਿੰਦੇ ਆ ਨਾ, ਕਹੋ ਨਾਨਕ ਨਰ ਬਾਵਰੇ, ਨਰ ਦਾ ਅਰਥ ਹੈ ਮਨੁੱਖ, ਹੇ ਬੋੜੇ ਮਨੁੱਖ, ਹੇ ਪਾਗਲ ਮਨੁੱਖ ਸੁਣ। ਉੱਥੇ ਕਹਿੰਦੇ ਆ ਬਾਵਰੇ ਤੇ ਗਿਆਨ ਵਿਚਾਰ ਨਾ ਪਾਇਆ। ਉਹਦੇ ਸਤਿਗੁਰੂ ਜੀ ਕਹਿੰਦੇ ਹੇ ਬੋੜੇ ਬੱਦਲ, ਹੇ ਬੋੜੇ ਬੰਦੇ। ਆਮ ਅਸੀਂ ਹਨਾ ਜੀ ਆਪਣੇ ਘਰਾਂ ਵਿੱਚ ਇੱਕ ਸ਼ਬਦ ਵਰਤਦੇ ਆ ਨਾ, ਕੋਈ ਕੰਮ ਇਹੋ ਜਿਹਾ ਕਰਦੇ ਤੇ ਉਹਨੂੰ ਕਹਿੰਦੇ ਆ ਕਿ ਤੂੰ ਬੋਲਾ ਬੱਦਲ ਤੇ ਨਹੀਂ ਕਿਤੇ ਹਨਾ। ਜਿਵੇਂ ਬੱਦਲ ਛਾ ਕੇ ਆ ਜਾਂਦਾ ਨਾ, ਚਾਰੇ ਪਾਸੇ ਛਾਇਆ ਹੁੰਦਾ, ਕਹਿੰਦੇ ਪਿੰਡਾਂ 'ਚ ਕਹਿੰਦੇ ਬੋਲਾ ਬੱਦਲ ਆ ਗਿਆ ਹਨਾ ਜੀ। ਤੇ ਕਈ ਵਾਰ ਬੰਦਿਆਂ ਦੀ ਸ਼ਬਦ ਵਰਤ ਦਿੰਦੇ ਆ, ਕੋਈ ਇਹੋ ਜਿਹਾ ਕੰਮ, ਬੋਲਾ ਬੱਦਲ ਤੇ ਨਹੀਂ ਹੋ ਗਿਆ ਕਿਤੇ ਤੂੰ। ਇਸ ਤਰ੍ਹਾਂ ਇੱਥੇ ਕਹਿੰਦੇ ਆ ਕਿ ਬੋੜੇ ਬੰਦੇ
ਤੂੰ ਕੁਝ ਵੀ ਗਿਆਨ ਨਹੀਂ ਪ੍ਰਾਪਤ ਕੀਤਾ, ਤੂੰ ਕੁਝ ਵੀ ਸਮਝ ਪ੍ਰਾਪਤ ਨਹੀਂ ਕੀਤੀ ਬਾਬਰੇ, ਤੇ ਗਿਆਨ ਵਿਚਾਰ ਨਾ ਪਾਇਆ। ਤੂੰ ਕੁਝ ਵੀ ਗਿਆਨ ਦੀ ਗੱਲ, ਤੂੰ ਕੋਈ ਵੀ ਵਿਚਾਰ ਦੀ ਗੱਲ ਨਹੀਂ ਸਮਝੀ। ਸਾਰੀ ਜ਼ਿੰਦਗੀ ਤੇਰਾ ਜੀਵਨ ਦੁਨਿਆਵੀ ਹਾਸੇ ਖੇੜਿਆਂ ਵਿੱਚ ਲੰਘ ਗਿਆ। ਸਾਰੀ ਜ਼ਿੰਦਗੀ ਤੇਰਾ ਜੀਵਨ ਹੱਸਣ ਕੁੱਦਣ ਵਿੱਚ ਬਤੀਤ ਹੋ ਗਿਆ। ਸਾਰਾ ਜੀਵਨ ਤੇਰਾ ਪਦਾਰਥਾਂ ਵੱਲ, ਪਦਾਰਥਾਂ ਦੇ ਚਸਕਿਆਂ ਵੱਲ, ਮਨ ਦੇ ਚਸਕੇ, ਤਨ ਦੇ ਚਸਕੇ, ਧਨ ਦੇ ਚਸਕੇ, ਸਾਰੀ ਜ਼ਿੰਦਗੀ ਚਸਕਿਆਂ ਰਸਾਂ ਕਸਾਂ ਦੇ ਵਿੱਚ ਹੀ ਤੇਰਾ ਜੀਵਨ ਲੰਘ ਗਿਆ। ਤੂੰ ਆਪਣੇ ਜੀਵਨ ਦੀ ਵਿਚਾਰ ਨਹੀਂ ਸਕਿਆ। ਮੈਂ ਇੱਥੇ ਇੱਕ ਹੋਰ ਬੇਨਤੀ ਕਰਦਾ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਵਿਚਾਰਿਆ, ਬਾਣੀ ਦੇ ਅੰਦਰ ਦੋ ਗੱਲਾਂ ਸਭ ਤੋਂ ਅਹਿਮ ਨੇ, ਸਭ ਤੋਂ ਵੱਧ ਜਿਹੜੀ ਗੱਲ ਕੀਤੀ ਜਾਂਦੀ ਹੈ ਨਾ, ਚੇਤੇ ਰੱਖਣਾ ਦੋ ਚੀਜ਼ਾਂ ਦੀ, ਕਿਉਂਕਿ ਬਾਣੀ ਜਿਹੜੀ ਆ ਸਾਡੇ ਤਨ ਤੇ ਮਨ ਦਾ ਆਧਾਰ ਹੈ। ਤਨ ਤੇ ਮਨ ਵਾਲੀ ਬਾਣੀ ਖਲੋਤੀ ਹੈ। ਬਾਣੀ ਜਾਂ ਤਾਂ ਮਨ ਨੂੰ ਸਮਝਾ ਰਹੀ ਹੈ, ਜਾਂ ਤਨ ਦੀ ਗੱਲ ਕਰ ਰਹੀ ਹੈ, ਜਾਂ ਮਨ ਨੂੰ ਬਾਰ-ਬਾਰ, ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਜਿੱਥੇ ਉਹ ਗੱਲ ਕਰਦੇ ਆ ਉੱਥੇ ਸਰੀਰ ਦੀ, ਤਨ ਦੀ ਵੀ ਗੱਲ ਕਰਦੇ ਆ। ਜਾਂ ਤੇ ਬਾਣੀ ਵਿੱਚ ਮਨ ਦੀ ਗੱਲ ਹੈ ਜਾਂ ਤਨ ਦੀ ਗੱਲ ਹੈ। ਬਹੁਤੀ ਵਾਰ ਤਨ ਤੇ ਮਨ ਨੂੰ ਸਮਝਾਇਆ ਹੈ। ਸਤਿਗੁਰੂ ਜੀ ਕਹਿੰਦੇ, ਉਹ ਮਨਾ ਸਮਝ ਜਾ, ਤਨ ਨੂੰ ਆਪਣੇ ਨੂੰ ਵਿਚਾਰ ਲੈ, ਤਨ ਕਰਕੇ ਬਾਣੀ ਪੜ੍ਹ ਲੈ, ਮਨ ਕਰਕੇ ਬਾਣੀ ਪੜ੍ਹ ਲੈ, ਕੱਲ ਨੂੰ ਤੇਰੇ ਲੇਖੇ ਵਿੱਚ ਲੱਗ ਜਾਣਗੇ ਇਹ ਦਿਨ। ਤੇ ਇੱਥੇ ਸਤਿਗੁਰੂ ਜੀ ਕਹਿੰਦੇ ਆ, ਕਹੂੰ ਨਾਨਕ ਨਰ ਬਾਵਰੇ, ਹੇ ਨਰ ਬੌੜੇ, ਕਹਿੰਦੇ ਆ ਨਾਨਕ, ਹੇ ਨਾਨਕ ਆਖ ਕੇ, ਹੇ ਕਮਲੇ ਮਨੁੱਖਾ, ਤੂੰ ਪਰਮਾਤਮਾ ਨੂੰ ਕਿਉਂ ਨਹੀਂ ਯਾਦ ਕਰਦਾ। ਜੇ ਅਸੀਂ ਆਪਣੇ ਆਪ ਨੂੰ ਪੁੱਛੀਏ, ਆਪਾਂ ਵੀ ਨਰ ਹਾਂ, ਨਰ ਵਿੱਚ ਹੀ ਉਹਨੇ ਨਰ ਮਾਦਾ ਹਨਾ ਜੀ। ਆਪਾਂ ਆਪਣੇ ਆਪ ਨੂੰ ਪੁੱਛੀਏ, ਇਹ ਨਾ ਸਮਝੋ ਕਿ ਇੱਥੇ ਸ਼ਬਦ ਨਰ ਵਰਤਿਆ ਨਹੀਂ। ਸਤਿਗੁਰੂ ਜੀ ਕਹਿੰਦੇ, ਭਾਵੇਂ ਕੋਈ ਮੇਲ ਹੋਵੇ ਫਮੇਲ ਹੋਵੇ, ਬਾਣੀ ਤਾਂ ਸਭ ਦੇ ਲਈ ਇੱਕੋ ਹੀ ਹੈ। ਬਾਣੀ ਦਾ ਵੱਖ-ਵੱਖ ਰੂਪ ਥੋੜਾ ਹੈ, ਬਾਣੀ ਸਭ ਦੇ ਲਈ ਹੈ। ਆਪਾਂ ਸਭ ਨੇ ਆਪਣੇ ਅੰਦਰ ਝਾਤ ਮਾਰਨਾ ਹੈ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਿਤੇ ਮੈਨੂੰ ਤਾਂ ਨਹੀਂ ਸੰਬੋਧਨ ਕਰਕੇ ਕਹਿ ਰਹੇ, ਕਿਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਮੈਨੂੰ ਤਾਂ ਨਹੀਂ ਕਿਤੇ ਕਹਿ ਰਹੇ ਕਿ ਤੂੰ ਰੱਬ ਨੂੰ ਕਿਉਂ ਨਹੀਂ ਸਿਮਰਦਾ, ਤੂੰ ਰੱਬ ਨੂੰ ਕਿਉਂ ਨਹੀਂ ਜਪਦਾ, ਤੂੰ ਕਿਉਂ ਐਨ ਚੀਜ਼ਾਂ ਦੇ ਵਿੱਚ دیਵਾਨਾ ਹੋਇਆ ਫਿਰਦਾ ਹੈ, ਤੂੰ ਕਿਉਂ ਕੋੜ ਤੁੰਮੇ ਨੂੰ ਆਪਣੇ ਮੂੰਹ ਦੇ ਵਿੱਚ ਪਾ ਕੇ ਬੈਠਾ, ਜਿਹਦੇ ਵਿੱਚੋਂ ਮਿਲਣੀ ਹੀ ਕੜੌਤਣ ਹੈ। ਤੂੰ ਨਾ ਇਸ ਤਰ੍ਹਾਂ ਕਰ। ਤੇ ਇੱਕ ਬਚਨ ਮੈਨੂੰ ਚੇਤੇ ਆਇਆ, ਕਹਿੰਦੇ ਬੰਦਾ ਜਿਹੜਾ ਹੈ ਉਹ ਅਸਲ ਦੇ ਵਿੱਚ ਜੇ ਭਗਤੀ ਵਾਲੇ ਪਾਸੇ ਆ ਜਾਏ ਨਾ, ਤੇ ਸਤਿਗੁਰੂ ਜੀ ਕਹਿੰਦੇ ਬੜਾ ਕੁਝ ਸਵਾਰ ਸਕਦਾ ਹੈ। ਤੇ ਜਿਹੜਾ ਆਪਣੇ ਆਪ ਨੂੰ ਸਵਾਰ ਲਏ, ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹਨੂੰ ਨਿਰੰਕਾਰ ਮਿਲਦਾ ਹੈ, ਰੱਬ ਮਿਲਦਾ ਹੈ। ਸੋ ਇਹ ਵੀ ਤਾਂ ਜੇ ਉਹ ਤਰਸ ਕਰ ਲੈ, ਜੇ ਉਹ ਰਹਿਮਤ ਕਰਦੇ, ਜੇ ਉਹ ਬਖਸ਼ਿਸ਼ ਕਰਦਾ ਤਾਂ ਹੀ ਹੈ। ਉਹ ਤਰਸ ਕਰਦਾ ਹੈ ਤੇ ਸੱਜਣ ਪਰਮਾਤਮਾ ਮਿਲਦਾ ਹੈ। ਜੇ ਉਹ ਤਰਸ ਨਾ ਕਰੇ ਤੇ ਚੇਤੇ ਰੱਖਣਾ ਗੁਰੂ ਵੀ ਨਹੀਂ ਮਿਲਦਾ। ਆਪਾਂ ਰੋਜ਼ ਪੜ੍ਹਦੇ ਆ ਨਾ, ਤਰਸ ਪਿਆ ਮੇ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ। ਇਸ ਅਵਸਥਾ ਨੂੰ ਪ੍ਰਾਪਤ ਕਰ ਲਈਏ। ਕੱਲ ਦੇ ਦੀਵਾਨ ਦੇ ਅੰਦਰ ਜਿਹੜਾ ਹੈ ਉਹ 5 ਨੰਬਰ ਪਦਾ ਆਪਾਂ ਵਿਚਾਰਾਂਗੇ, ਧਨ ਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ। ਸਤਿਗੁਰੂ ਜੀ ਕਹਿੰਦੇ, ਇਨ ਮੈਂ ਕਾ ਸੰਗੀ ਨਹੀਂ ਨਾਨਕ ਸਾਚੀ ਜਾਨ। ਕਿਹੜੀ ਚੀਜ਼ ਸਾਡੇ ਨਾਲ ਨਿਭਣ ਵਾਲੀ ਹੈ, ਕਿਹੜੀ ਚੀਜ਼ ਸਾਡੇ ਤੋਂ ਦੂਰ ਹੋਣ ਵਾਲੀ ਹੈ, ਇਹ ਕੱਲ ਦੇ ਦੀਵਾਨ ਵਿੱਚ ਆਪਾਂ ਵਿਚਾਰਾਂਗੇ। ਭੁੱਲਾਂ ਦੀ ਖਿਮਾ, ਸ਼ਬਦ ਦੇ ਵਿਚਾਰ ਕਰਦਿਆਂ ਅਨੇਕਾਂ ਹੋ ਜਾਂਦੀਆਂ ਨੇ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ, ਬਖਸ਼ ਦੇਣਾ। ਜ਼ਰੂਰੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਦੇ ਹਾਂ। ਸਾਹਿਬੇ ਕਮਾਲ ਸਰਬੰਸ ਦਾਨੀ, ਕਲਗੀਆਂ ਵਾਲੇ, ਬਾਜਾਂ ਵਾਲੇ, ਤਾਜਾਂ ਵਾਲੇ, ਸਾਜਾਂ ਵਾਲੇ, ਧੰਨ ਧੰਨ ਸ਼੍ਰੀ ਗੁਰੂ ਤੇਗ ਮਾਫ ਕਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਬੀਬੀਆਂ ਦੇ ਸੰਗਤੀ ਜਥੇ ਵੱਲੋਂ ਬੜੀ ਸ਼ਰਧਾ ਪ੍ਰੇਮ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਕੱਲ 31 ਤਰੀਕ ਨੂੰ ਸਵੇਰੇ 10 ਵਜੇ ਤੋਂ ਲੈ ਕੇ ਤਕਰੀਬਨ 2 ਵਜੇ ਤੱਕ ਦੀਵਾਨ ਸੱਜਣਗੇ। 10 ਵਜੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ 10 ਵਜੇ ਤੋਂ ਲੈ ਕੇ 11 ਵਜੇ ਤੱਕ ਭਾਈ ਬਲਵਿੰਦਰ ਸਿੰਘ ਜੀ, 11 ਵਜੇ ਤੋਂ ਲੈ ਕੇ 12 ਵਜੇ ਤੱਕ ਭਾਈ ਜਸਵੰਤ ਸਿੰਘ ਬੈਰਾਗੀ ਜੀ, 12 ਵਜੇ ਤੋਂ ਲੈ ਕੇ 1 ਵਜੇ ਤੱਕ ਭਾਈ ਮਹਿਤਾਬ ਸਿੰਘ ਜੀ, ਤੇ 1 ਵਜੇ ਤੋਂ ਲੈ ਕੇ 2 ਵਜੇ ਤੱਕ ਭਾਈ ਅਮਨਦੀਪ ਸਿੰਘ ਜੀ ਮਾਤਾ ਕੋਲਾ ਸਾਹਿਬ ਵਾਲੇ, ਜਿਨ੍ਹਾਂ ਨੂੰ ਰੋਜ਼ ਤੁਸੀਂ ਪੀਟੀਸੀ ਸਿਮਰਨ, ਪੀਟੀਸੀ ਪੰਜਾਬੀ ਚੈਨਲ ਤੇ ਸੁਣਦੇ ਵੀ ਹੋ, ਉਹ ਸਾਡੇ ਕੋਲ ਪਹੁੰਚ ਰਹੇ ਆ। ਆਪ ਸਭ ਨੇ ਪ੍ਰੇਮ ਭਾਵਨਾ ਦੇ ਨਾਲ ਆ ਕਰਕੇ ਗੁਰਬਾਣੀ ਜਿਹੜੀ ਪੜ੍ਹਨੀ, ਸੁਣਨੀ ਤੇ ਆਪਣੇ ਜੀਵਨ ਵਿੱਚ ਵਸਾਉਣੀ ਜੀ। ਉਪਰੰਤ ਲੰਗਰ ਅਤੁੱਟ ਵਰਤਾਇਆ ਜਾਵੇਗਾ।
ਸਭ ਨੇ ਸਮੇਂ ਸਿਰ ਪਹੁੰਚਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ।